ਵਾਹਿਗੁਰੂ 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 वाहिगुरु जी का खालसा वाहिगुरु जी की फतेह। ਜਦੋਂ ਗੁਰਮਤ ਦੀ ਜਾਂਚ ਨੂੰ ਆਪਾਂ ਸਿੱਖਦੇ ਹਾਂ, ਗੁਰਮਤ ਦੇ ਵਿੱਚ ਜੋ ਖਾਲਸ ਮਨ ਹੈ, ਜਿਵੇਂ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਸਿੰਘ ਸ਼ਬਦ ਦੀ, ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਿੰਘ ਦੀ ਉਪਾਧੀ ਦਿੱਤੀ ਹੈ, ਇਹ ਉਪਾਧੀ ਉਹ ਲੈ ਸਕਦਾ ਹੈ ਜਿਹਦੇ ਵਿੱਚ ਸਿੰਘ ਵਾਲੇ ਗੁਣ ਨੇ। ਸਿੰਘ ਤੋਂ ਭਾਵ ਸ਼ੇਰ, ਇੱਕ ਸ਼ੇਰ ਜਿਹੜਾ ਹੈ ਉਹ ਵਿਚਾਰਾਂ ਵਿੱਚ ਵੀ ਜਿਉਂਦਾ ਹੈ, ਸਰਕਸ ਵਾਲਾ ਸ਼ੇਰ ਵੀ ਹੁੰਦਾ ਹੈ, ਜਾਂ ਬਨੌਟੀ ਸ਼ੇਰ ਵੀ ਹੁੰਦਾ ਹੈ ਜਿਹਦੇ ਉੱਪਰ ਥੱਲੇ ਕੋਈ ਮਨੁੱਖ ਹੋਵੇ, ਚਾਹੇ ਉਹਦੇ ਥੱਲੇ ਕੋਈ ਭੇੜੀਆ ਹੋਵੇ, ਉਹਦੇ ਉੱਪਰ ਸ਼ੇਰ ਦੀ ਖੱਲ ਬਣਾ ਕੇ ਪਾ ਦਿੱਤੀ ਜਾਏ, ਉਹਨੂੰ ਸ਼ੇਰ ਨਹੀਂ ਕਿਹਾ ਜਾਂਦਾ। ਸ਼ੇਰ ਦੇ ਗੁਣ ਹੁੰਦੇ ਆ। ਇਸੇ ਤਰੀਕੇ ਜਦੋਂ ਇੱਕ ਮਨ ਸੱਚ ਦੇ ਵਿੱਚ ਪ੍ਰਵਾਨ ਹੁੰਦਾ ਹੈ, ਨਾਮ ਦੇ ਵਿੱਚ ਸਮਾਉਂਦਾ ਹੈ, ਚੌਥੇ ਪਦ ਨੂੰ ਬੁੱਝ ਲੈਂਦਾ ਹੈ, ਚੌਥੇ ਪਦ ਦੇ ਵਿੱਚ ਪ੍ਰਵੇਸ਼ ਹੋ ਜਾਂਦਾ ਹੈ, ਤਾਂ ਮੁੱਖ ਰੂਪ ਦੇ ਵਿੱਚ ਉਹਦੇ ਕੋਲ ਦੋ ਗੁਣ ਆ ਜਾਂਦੇ ਨੇ। ਪਹਿਲਾ ਗੁਣ ਹੈ ਆਜ਼ਾਦ, ਦੂਜਾ ਗੁਣ ਹੈ ਵਿਵੇਕ। ਔਰ ਆਜ਼ਾਦੀ ਤੇ ਵਿਵੇਕੀ ਦੇ ਵਿੱਚੋਂ ਸਮਰੱਥਾ ਪੈਦਾ ਹੁੰਦੀ ਹੈ। ਖਾਲਸਾ ਇੱਕ ਗੁਰਮੁਖ ਮਨ ਚੌਥੇ ਪਦ ਦੇ ਵਿੱਚ ਜਦੋਂ ਪ੍ਰਵੇਸ਼ ਕਰਦਾ ਹੈ, ਨਾਮ ਦੇ ਨਿਧਾਨ ਦੇ ਵਿੱਚ, ਧਿਆਨ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਉਹ ਆਜ਼ਾਦ ਹੋ ਜਾਂਦਾ ਹੈ। ਆਜ਼ਾਦ ਹੋਇਆ ਮਨ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜੋ ਕਾਲ ਦੇ ਸਰੀਰ ਦੇ ਵਿੱਚ ਲਗਾਤਾਰ ਇਸ ਧਰਤੀ ਦੇ ਉੱਪਰ ਦੁੱਖ ਸੁੱਖ, ਮਾਣ ਅਪਮਾਨ, ਜਾਂ ਆਪਾਂ ਕਹਿ ਦਈਏ ਤ੍ਰੈ ਗੁਣ ਦੇ ਵਿਚਾਰ ਚੱਲਦੇ ਪਏ ਨੇ, ਇਹਨਾਂ ਤੋਂ ਜਦੋਂ ਮਨ ਆਜ਼ਾਦ ਹੋ ਜਾਂਦਾ ਹੈ ਤਾਂ ਉਹ ਆਜ਼ਾਦ ਹੈ। ਤਨ ਦੀਆਂ ਬੰਦਸ਼ਾਂ ਹੁੰਦੀਆਂ ਨੇ, ਨਾ ਤਨ ਕਦੇ ਆਜ਼ਾਦ ਹੋ ਸਕਦਾ। ਤਨ ਬਣਿਆ ਹੀ ਦੁੱਖ ਸੁੱਖ ਤੋਂ।
ਤਨ ਜਿਹੜਾ ਉਹ ਬਣਿਆ ਹੀ ਮਾਣ ਅਪਮਾਨ ਵਾਧੇ ਘਾਟੇ ਤੋਂ। ਤਨ ਕਦੇ ਆਜ਼ਾਦ ਨਹੀਂ ਹੋ ਸਕਦਾ। ਤਨ ਦੀ ਵਰਨ ਜਾਤ ਵੀ ਹੁੰਦੀ ਹੈ, ਤਨ ਦੀ ਵਿੱਚ ਭੁੱਖ ਵੀ ਹੁੰਦੀ ਹੈ, ਤਨ ਦੇ ਵਿੱਚ ਗਰਮੀ ਸਰਦੀ ਵੀ ਹੁੰਦੀ ਹੈ। ਤਨ ਕਿਵੇਂ ਆਜ਼ਾਦ ਹੋ ਜਾਏਗਾ? ਸਭ ਤੋਂ ਵੱਡੀ ਤਾਂ ਭੁੱਖ ਦੀ ਬੰਦਸ਼, ਫਿਰ ਦੁੱਖ ਸੁੱਖ ਦੀ ਬੰਦਸ਼, ਫਿਰ ਇਹਨੂੰ ਇੱਥੋਂ ਦੀ ਗਰਮੀ ਸਰਦੀ ਦੀ, ਰੋਗਤਾ ਅਤੇ ਅਰੋਗਤਾ ਦੀ ਬੰਦਸ਼ਾਂ ਨੇ। ਜਦੋਂ ਆਜ਼ਾਦ ਹੁੰਦਾ ਮਨ ਆਜ਼ਾਦ ਹੁੰਦਾ। ਮਨ ਸਭ ਤੋਂ ਪਹਿਲਾਂ ਇਸ ਤਨ ਦੇ ਵਿੱਚੋਂ ਆਜ਼ਾਦ ਹੋ ਗਿਆ, ਤਰੀਕਾ ਆ ਗਿਆ ਇਸ ਤਨ ਨੂੰ ਛੱਡਣ ਦਾ। ਇਸ ਤਨ ਦੇ ਮੂਲ ਹਵਾ ਨੂੰ, ਸਵਾਸ ਨੂੰ ਛੱਡਣ ਦਾ ਜਦੋਂ ਤਰੀਕਾ ਆ ਗਿਆ, ਉਸੇ ਦਿਨ ਤੋਂ ਮਨ ਆਜ਼ਾਦ ਹੋ ਗਿਆ। ਆਜ਼ਾਦ ਹੋ ਕੇ ਗਿਆ ਕਿੱਥੇ? ਉਹ ਉਸ ਸੁਰਤ ਕਰਕੇ, ਧਿਆਨ ਕਰਕੇ ਉਸ ਮੰਡਲ ਵਿੱਚ ਪ੍ਰਵੇਸ਼ ਹੋ ਗਿਆ। ਸੁਰਤੀ ਕਰਕੇ, ਧਿਆਨ ਕਰਕੇ ਉਸ ਪਦ ਦੇ ਵਿੱਚ ਪ੍ਰਵੇਸ਼ ਹੋ ਗਿਆ ਜਿਹਨੂੰ ਗੁਰਬਾਣੀ ਗੁਰੂ ਵਿੱਚ ਬੇਗਮਪੁਰਾ ਸ਼ਹਿਰ ਕਿਹਾ, ਚੌਥਾ ਪਦ ਕਿਹਾ, ਸੂਖ ਮਹਿਲ ਕਿਹਾ। ਉਸ ਮੰਡਲਾਂ ਦੇ ਵਿੱਚੋਂ ਮਨ ਪ੍ਰਵੇਸ਼ ਹੋ ਗਿਆ। ਜਿਹੜੇ ਨੈਣਾਂ ਨੂੰ ਸਿਰਫ ਦੁਨੀਆ ਦਿਖਦੀ ਸੀ, ਜਿਹੜੇ ਕੰਨਾਂ ਨੂੰ ਸਿਰਫ ਦੁਨੀਆ ਦੀਆਂ ਹੀ ਆਵਾਜ਼ਾਂ ਸੁਣਦੀਆਂ ਸੀ, ਇਹ ਮੁੱਖ ਇੱਧਰ ਦੀ ਭਾਸ਼ਾ ਬੋਲਦਾ ਸੀ, ਇਹਨਾਂ ਨੈਣਾਂ ਤੋਂ, ਇਹਨਾਂ ਕੰਨਾਂ ਤੋਂ, ਇਸ ਮੁੱਖ ਤੋਂ ਆਜ਼ਾਦ ਹੋ ਗਿਆ। ਆਪ ਦੇ ਨੇਤਰਾਂ ਦੁਆਰਾ ਉਹਨੇ ਇਸ ਜਗਤ ਨੂੰ ਦੇਖਣਾ ਸ਼ੁਰੂ ਕੀਤਾ। ਆਪ ਦੇ ਕੰਨਾਂ ਦੁਆਰਾ, ਆਪ ਦੇ ਮੁੱਖ ਦੁਆਰਾ ਇਸ ਸੰਸਾਰ ਦੇ ਵਿੱਚ ਵਿਚਰਨਾ ਉਹਨੇ ਸ਼ੁਰੂ ਕਰ ਦਿੱਤਾ। ਕੀ ਕਹਿੰਦੇ? ਅੱਖਾਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਵਿਣ ਹੱਥਾਂ ਕਰਨਾ। ਪੈਰਾਂ ਬਾਝੋਂ ਚੱਲੇ, ਹੱਥਾਂ ਬਾਝੋਂ ਕੰਮ ਕੀਤੇ। ਆਪਦੇ ਅੰਤਰ ਦੀ ਜਿਹੜੀ ਉਹ ਸੂਖਮ ਮੂਰਤ ਸੀ, ਉਹਦੀ ਪਹਿਚਾਣ ਕਰ ਲਈ, ਜਿਹਨੂੰ ਗੁਰਬਾਣੀ ਗੁਰੂ ਵਿੱਚ ਕਹਿੰਦੇ ਆ ਸੂਖਮ ਮੂਰਤ, ਨਾਮ ਨਿਰੰਜਨ ਕਾਇਆ ਕਾ ਆਕਾਰ, ਜਿਹਨੂੰ ਕਹਿੰਦੇ ਆ ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ। ਆਪਦੀ ਸੂਖਮ ਕਾਇਆ ਦੀ ਮਨ ਨੇ ਪਛਾਣ ਕਰ ਲਈ। ਪਹਿਲੋਂ ਆਪਦੇ ਆਪ ਨੂੰ ਸਿਰਫ ਚੰਮ ਦਾ, ਹੱਡੀਆਂ ਦਾ ਆਹੀ ਸਮਝਦਾ ਸੀ, ਆਹੀ ਪੁਤਲਾ ਨੂੰ। ਪਰ ਜਦੋਂ ਪੂਰਨ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਇਹਨਾਂ 9 ਦਰਵਾਜ਼ਿਆਂ ਤੋਂ ਇਲਾਵਾ ਜਿਹੜਾ ਸੂਖਮ ਅੰਦਰਲਾ ਭਾਗ ਸੀ, ਜਿਹਨੂੰ 10ਵਾਂ ਘਰ ਕਹਿ ਦਿੱਤਾ ਗਿਆ, ਜਦੋਂ ਉਹਦੀ ਪਹਿਚਾਣ ਹੋਈ, ਉਸੇ ਦਿਨ ਤੋਂ ਆਜ਼ਾਦੀ ਹੱਥ ਆ ਗਈ। ਅਵਿਨਾਸ਼ੀ ਰਾਜ ਮਿਲ ਗਿਆ। ਜਦੋਂ ਆਜ਼ਾਦੀ ਹੋਈ, ਤ੍ਰੈਗੁਣ ਦੇ ਵਿੱਚੋਂ, ਇਹਨਾਂ ਬੰਧਨਾਂ ਦੇ ਵਿੱਚੋਂ ਨਿਕਲਿਆ। ਕਿਉਂਕਿ ਜਨਮ ਮਰਨ ਵਿੱਚ ਇਸ ਕਰਕੇ ਸੀ, ਇਸ ਮਾਇਆ ਤੋਂ ਇਲਾਵਾ, ਇਸ ਸਰੀਰ ਤੋਂ ਇਲਾਵਾ, ਇਹਨਾਂ ਅੰਨੇ ਬੰਧਨਾਂ ਤੋਂ ਇਲਾਵਾ ਕੋਈ ਦੂਸਰਾ ਦਿਖਦਾ ਨਹੀਂ ਸੀਗਾ। ਜਾਂ ਕਹਿ ਲਈਏ ਆਕਾਰ ਤੇ ਵਿਚਾਰ ਤੋਂ ਇਲਾਵਾ ਕੋਈ ਦੂਜੀ ਸੰਪत्ति, ਕੋਈ ਦੂਜਾ ਪੁਆਇੰਟ ਹੱਥ ਦੇ ਵਿੱਚ ਨਹੀਂ ਸੀ। ਪਰ ਜਦੋਂ ਤਰੀਕਾ ਦੱਸਿਆ, ਉਹ ਮਨ ਦੇ ਆਪੇ ਦੀ ਪਹਿਚਾਣ ਹੋਈ ਸੰਗਤ ਦੇ ਵਿੱਚ ਜਾ ਕੇ, ਤਾਂ ਮਨ ਨੂੰ ਜਾਗਰਤ ਕੀਤਾ, ਮਨ ਨੂੰ ਜਗਾਇਆ, ਮਨ ਦਾ ਜਨਮ ਹੋਇਆ। ਮਨ ਨੇ ਆਪ ਦੀ ਜੋਤ ਦਾ ਇਸਤੇਮਾਲ ਕਰਕੇ, ਆਪ ਬਗਾਨੀਆਂ ਜੋਤਾਂ ਨੂੰ ਛੱਡ ਕੇ ਆਪ ਦੀ ਜੋਤ ਦਾ ਜਦੋਂ ਇਸਤੇਮਾਲ ਕੀਤਾ, ਤੇ ਇਸ ਬ੍ਰਹਮ ਦੇ ਵਿੱਚ, ਇਸ ਬ੍ਰਹਮ ਨੂੰ ਸਿਰਜਣ ਵਾਲਾ ਦੇਖ ਲਿਆ।
इस ब्रह्म दे विच रह के मन इस ब्रह्म तो पार हो गया, पार ब्रह्म दे विच चला गया। जिहड़ा ब्रह्म तो पार ब्रह्म है, इस ब्रह्म तो एक बाहर भी ब्रह्म है, इस कुदरत तो एक बाहर भी कुदरत है, जिहदे बारे गुरबाणी गुरु विच दस्सिया है, सब में जोत, जोत है सोए, तिसदै चानण सब में चानण होई। ए जग सच्चे की है कोठड़ी, सच्चे का विच वास, उस अवस्था में चला गया। फिर विवेकता प्रगट हुंदी है, हर एक चीज का कारण पता लगना। विवेक का मतलब हुंदा है किसी भी तरीके दे भरम तो बाहर हो जाना। जदों साडे मन दे उपर भरम हुंदा है, साडा मन भरम नाम दी बीमारी तो, भरम नाम दी हट तो उपर नहीं उठिया हुंदा, उदों दुविधा भी करदा है, उदों दुख सुख नूं भी महसूस करदा है, उदों दुनियावी जिहड़े धंधे आ इन्हां नूं भी महसूस करदा है, ते इन्हां दे लई दुनिया दे विच प्रोटेस्ट करदा है, दुनिया दे विच दुखी हुंदा है। ते क्योंकि सच तो सच दिखदा नहीं हुंदा, सिर्फ त्रैगुण दिखदा है, ते जिधर त्रैगुण दे विच इस माया विच ध्यान होई जांदा है, लगातार उधर ही ध्यान की अवस्था दे विच चलदा जांदा है, वो विवेक नहीं हैगा। इसे करके जन्म मरना है भी तुहाडा ध्यान कित्थे फिक्स होया होया। जिथे तुहाडा ध्यान फिक्स है ते त्रैगुण दे विच भाव के विचारां दे विच आकारां दे विच किते भी पॉइंट ते फिक्स होवे, वो दुख, उनके कारण सानू जून मिलेगी। सो खालसे दे गुरमुख दे गुण ने आज़ादी ते विवेकता। आज़ादी किहदे तो? त्रैगुण तो, दुनिया तो। खालसा सदा आज़ाद है इस दुनिया ते उहदे कोल विवेकता है। ते जदों आज़ादी ते विवेकता हो गई ते समर्था जिहड़ी है वो फिर मन दे रोम रोम विच वस जाती है। समर्था भाव जदों असीं त्रैगुणा दे बंधनां तो आज़ाद हो गए, साडा ज्ञान विवेक हो गया, फिर असीं मालक दे दर ते प्रवान हो जाने आ। जो त्रैगुणा तो जब लग खालसा रहे न्यारा, तब लग तेज दियो मैं सारा। जितनी देर तक खालसा न्यारा है उन्होंने सारा तेज दिंदे ने मालिक। आप ये लिखिया कहना, जिन्नी देर तक खालसा न्यारा है उन्होंने सारा तेज दिता जाता। ते जदों आज़ाद हो गया न्यारा, त्रैगुण तो न्यारे रह के आज़ाद हो सकते हैं। ते विवेकता आ गई ते मालक नूं भरोसा हो जाता है कि मेरा बच्चा जिहड़ा है ना, ये माया का प्रेमी नहीं रह गया। मेरा बच्चा जिहड़ा है इहदे उपर कूड़ दे ज्ञान का हुण कोई भी अंश नहीं रह गया। जो साधुआं तो इन्हें सुनिया ਉਹਦੇ उपर प्रैक्टिकल करके उन्होंने अपना के ये न्यारा हो चुकिया है, आज़ाद हो चुकिया, विवेक हो चुकिया है। फिर भरोसे दे विच मालक देख के ते उन्होंने समर्था दे दिंदे ने। जो भी वो पदार्थ, जो भी उनकी जरूरत है, वो फिर अविनाशी राज शुरू हो जाता है। मालक उनकी जरूरत पूरी कराउंदे आ। वो फिर गुरमुख मन पहलों आप सुखी हुंदा है, फिर संसार नूं सुखी करदा। क्योंकि जिन्नी देर तक गुरमुख आप नहीं निश्चिंत हैगे, आप नहीं विचारां तो रहत होए,
आप नहीं आजाद होए, आप नहीं विवेक होए, आप नहीं समर्थ होए, वो संसार की भुख खत्म नहीं कर सकते, क्योंकि संसार तो पहलों गुलाम है, पहलों भरम दे विच। वो तो समर्थ है ही नहीं। संसार तो सिर्फ मंगना जानता है, क्योंकि मंगतियां दे नाल संग है। ये 5 मंगते आ मालक दे, ये 5 काल तो मंगते आ, काल मालक तो मंगदा है, ते मंगतियां दे नाल मन दा संग हो गया है। ते मंग मंग के खाना है, मिले तो तां ठीक है, नहीं तो ना मिले तां ठीक है। ते इस करके महाराज सच्चे पातशाह साध संगत के अंचल के विच ला के सानू जिहड़े ने वो गुण धारण करवाउंदे ने, जिन्हां गुणा करके मालक ने साडे ते भरोसा करना है, उस वाहिगुरू सच्चे पातशाह ने साडे ते भरोसा करना है। जेकर वो गुण नहीं साडे विच हैगे, भाव के साडा मन त्रै गुणा तो आजाद नहीं होया, विवेक नहीं होया, ते उन्नी देर तक अकाल पुरख ने साडे ते भरोसा नहीं करना। हुण गुण आउंदे किवें ने, ते सानू महाराज कहंदे ज्ञान ध्यान किछ कर्म ना जाना, नाहन निर्मल करनी, साध संगत कै अंचल लागो, बिखम नदी जय तरनी। ज्ञान ध्यान नाल नहीं गुण आउंदे, होर किसी जतन नाल नहीं गुण आउंदे। पाठ पढ़ियो अर वेद विचारियो, निवल भुजंगम साधे, पंच जना स्यों संग न छुटक्यो, अधिक अहम बद बाधे। प्यारे इन विद मिलन न जाई, मैं किए कर्म अनेका, हार परयो स्वामी के द्वारे, दीजै बुद्ध विवेका। ज्ञान ध्यान कथा कहानियां विचार गोष्ठ कटाक्ष, एक दूजे की काट दुविधा, इन्हां नाल गुण नहीं आउंदे। हुण तुसीं आम तौर ते गुरबाणी गुरु दे बहुत सारी जगह ते अर्थ मिल जाते हैं। कल्ले जदों आपां गुरबाणी गुरु दे अर्थ पढ़ लीए, घर बैठ के पढ़ लीए, किसी टीके किसी किताब दे विचों पढ़ लीए, मन ते उन्ना असर नहीं हुंदा। जे ओही गुरबाणी गुरु दे शब्द दे कोई गुरमुख प्यारा बंदगी वाला कोई साधु कोई संत महापुरुष सानू जदों अर्थ करके सुणाउंदे आ, नाल सानू प्रैक्टिकल कराउंदे आ, अभ्यास कराउंदे आ, ते ओही गुरबाणी गुरु दा एक शब्द भी साडे जीवन नू तारन दे विच समर्थ हो जाता है, साडे जीवन नू तार दिंदा। पर उही गुरबाणी गुरु जदों असीं आप दी मत दे मुताबक पढ़दे आ या किताबी ज्ञान दे मुताबक पढ़दे आ, वो गल नहीं बनदी। ज्ञानी असीं हो जाने आ, मन दी मैल नहीं खत्म हुंदी। पर जदों कोई गुरमुख प्यारिਆਂ ਦੇ संग ਦੇ ਵਿੱਚ ਜਾ ਕੇ गुरबाणी ਦੇ ਵਿੱਚ ਦਾ ਭੇਸ ਅਸੀਂ ਲੈਨੇ ਆ, ਉਹੀ शब्द ਸਾਡੇ ਤੇ असर ਕਰਦੇ ਨੇ। क्यों? क्योंकि ज्ञान ध्यान किछ कर्म ना जाना, नाहन निर्मल कर। ज्ञान ध्यान दे विच पार ब्रह्म दी जिहड़ी है वो सेवा नहीं हो सकती। फिर वो सानू तरीका दसदे ने, साध संगत दे विच जाके साध संगत जिवें एक बगला जिहड़ा हुंदा है, विखण नूं वो भी हंस तरह हुंदा है, पर ਉਹਦੇ ਵਿਚਲੇ ਜਿਹੜੇ ਔਗਣ ਨੇ ਉਹ ਦਰਸਾਉਂਦੇ ਨੇ ਵੀ ਇਹ ਬਗਲਾ ਹੈ, ਜਾਂ ਕਹਿ ਲਈਏ ਜਿਹੜੇ ਉਹਦੇ ਬਗਲੇ ਦੀਆਂ ਕਰਨੀਆਂ ਨੇ ਉਹ ਹੰਸ ਵਾਲੀਆਂ ਨਹੀਂ ਹੁੰਦੀਆਂ, ਵਿਖਣ ਨੂੰ ਇੱਕੋ ਜਿਹੇ ਹੁੰਦੇ। ਇਸ ਤਰੀਕੇ ਸਾਧ ਸੰਗਤ ਨੂੰ ਇੱਕ ਹੰਸ ਦਾ ਨਾਮ ਦਿੱਤਾ ਹੈ। ਜਿਵੇਂ ਹੰਸ ਜਿਹੜਾ ਹੈ ਆਪਦੀ ਚੁੰਝ ਜਿਹੜੀ ਆ ਉਹ ਦੁੱਧ ਦੇ ਵਿੱਚ ਪਾ ਦੇਵੇ, ਤੇ ਉਹਦੀ ਚੁੰਝ ਦੇ ਵਿੱਚ ਮਾਲਕ ਨੇ ਐਸੀ ਕਲਾ ਪ੍ਰਗਟ ਕੀਤੀ ਹੈ ਵੀ ਦੁੱਧ ਵਿਚਲਾ ਪਾਣੀ ਲੱਗ ਹੋ ਜਾਂਦਾ ਹੈ ਤੇ ਦੁੱਧ ਲੱਗ ਹੋ ਜਾਂਦਾ, ਫਟ ਜਾਂਦਾ, ਦੁੱਧ ਦੀਆਂ ਫੁੱਟੀਆਂ ਬਣ ਜਾਂਦੀਆਂ, ਪਾਣੀ ਲੱਗ ਹੋ ਜਾਂਦਾ। ਇਸੇ ਤਰੀਕੇ ਉਹੀ ਕਲਾ ਅਕਾਲ ਪੁਰਖ ਨੇ ਗੁਰਮੁਖਾਂ ਸਾਧੂਆਂ ਦੀ ਦ੍ਰਿਸ਼ਟੀ ਦੇ ਵਿੱਚ ਰੱਖੀ ਹੁੰਦੀ ਹੈ।
ਗੁਰਮੁਖ ਸਾਧੂ ਉਹੀ ਹੁੰਦਾ ਹੈ ਜਿੰਦੀ ਦ੍ਰਿਸ਼ਟੀ ਇੱਕ ਹੋ ਚੁੱਕੀ ਹੈ, ਪ੍ਰਤੱਖ ਹੋ ਚੁੱਕੀ ਹੈ। ਉਹ ਬ੍ਰਹਮ ਤੇ ਬ੍ਰਹਮ ਦੇ ਵਿੱਚ ਸਮਾਈ ਹੋਈ ਉਸ ਜੋਤ ਦੇ ਸਨਮੁਖ ਚੱਲਦੇ ਆ। ਤੇ ਫਿਰ ਜਿਹੜੇ ਉਹ ਬਚਨ ਕਰਦੇ ਨੇ ਜਾਂ ਕਿਸੇ ਨੂੰ ਸੁਣਾਉਂਦੇ ਨੇ, ਉਹਨਾਂ ਬਚਨਾਂ ਦਾ ਇੰਨਾ ਅਸਰ ਹੁੰਦਾ ਹੈ ਕਿ ਉਹਨਾਂ ਬਚਨਾਂ ਨੂੰ ਸੁਣਨ ਵਾਲੇ ਦੀ, ਉਹਨਾਂ ਉਸ ਸੰਗਤ ਵਿੱਚ ਆਉਣ ਵਾਲੇ ਦੀ ਕਾਇਆ ਪਲਟ ਜਾਂਦੀ ਹੈ, ਸਦਾ ਸਦਾ ਮੁਕਤ ਹੋ ਜਾਂਦਾ ਹੈ। ਸਾਈਂ ਮਹਾਰਾਜ ਕਹਿੰਦੇ ਨੇ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਸੰਤਾਂ ਦੀ ਸਾਖੀ ਸੁਣੋ, ਉਹਨਾਂ ਨੇ ਉਹ ਦੱਸਣਾ ਹੈ ਜੋ ਅੱਖਾਂ ਨਾਲ ਵੇਖਿਆ। ਸੰਸਾਰੀ ਜੀਵਾਂ ਦਾ ਕੀ ਪਤਾ ਵੀ ਪਤਾ ਨਹੀਂ ਕਿੱਥੋਂ ਪੜ੍ਹ ਕੇ ਕਿਸ ਕਿਤਾਬ ਚੋਂ ਕਿਸ ਦੁਬਿਧਾ ਵਸ ਜਾਂ ਕੋਈ ਬਚਨ ਸੁਣਾਈ ਜਾਣ, ਇਕੱਠ ਕਰੀ ਜਾਣ। ਮੈਂ ਇੱਕ ਵਿਚਾਰ ਦੱਸਾਂਗਾ ਕਿ ਜਿਵੇਂ ਅਨਾੜੀ ਅਸੰਤ ਪਿੱਛੇ ਵੀ ਬੜਾ ਇਕੱਠ ਹੁੰਦਾ, ਤੇ ਸਾਧੂ ਜਿਹੜੇ ਹੁੰਦੇ ਆ, ਬੇਸ਼ੱਕ ਉਹਨਾਂ ਦੇ ਕੋਲ ਇਕੱਠ ਨਾ ਹੋਵੇ ਪਰ ਹੁੰਦੇ ਹੀਰੇ ਨੇ। ਜਿਵੇਂ ਦਸਮ ਪਾਤਸ਼ਾਹ ਜੀ ਦੇ ਕੋਲ ਆਪਾਂ ਸੁਣਨੇ ਆ ਨਾ, ਇਤਿਹਾਸ ਦੇ ਵਿੱਚ ਵੀ ਬੜੇ ਵਿਰਲੇ ਸਿੰਘ ਸੀ ਉਹਨਾਂ ਦੀ ਫੌਜ। ਔਰੰਗਜ਼ੇਬ ਕੋਲ ਇਕੱਠ ਸੀ ਪਰ ਪੇਸ਼ ਨਹੀਂ ਆਈ। ਸਾਡੇ ਬਜ਼ੁਰਗ ਜਦੋਂ ਦੁਨਿਆਵੀ ਗੱਲ ਆ ਇੱਧਰ ਮਾਈਗ੍ਰੇਟ ਹੋਏ, ਪੁਰਾਣੀ ਗੱਲ ਆ। ਵੈਸੇ ਤਾਂ ਚਲੋ ਸਾਡਾ ਰਹਿਣ ਸਹਿਣ ਫਰੀਦਕੋਟ ਦੇ ਇਲਾਕੇ ਦਾ, ਪਰ ਜਦੋਂ ਪੁਰਾਣੇ ਇੱਧਰੋਂ ਮੁਲਤਾਨ ਵਿੱਚੋਂ, ਲਾਹੌਰ ਵਿੱਚੋਂ ਜਦੋਂ ਬਜ਼ੁਰਗ ਮਾਈਗ੍ਰੇਟ ਹੋਏ, ਤੇ ਜਿਹੜੀ ਉੱਧਰ ਜ਼ਮੀਨ ਸੀਗੀ ਨਾ, ਉਹ ਵੀ ਇੱਧਰ ਮਾਈਗ੍ਰੇਟ ਕੀਤੀ ਸਾਡੀ। ਉਹਦਾ ਹਿਸਾਬ ਇਹ ਬਣਾਇਆ ਵੀ ਜਿੰਨੀ ਉੱਧਰ ਜ਼ਮੀਨ ਹੈ, ਜੇ ਤਾਂ ਕਹਿੰਦੇ ਵੀ ਤੁਸੀਂ ਇੱਧਰ ਨਹਿਰੀ ਵੀ ਜ਼ਮੀਨ ਲੈਣੀ ਹੈ ਤੇ ਵਿੱਚ ਬੋਰ ਵੀ ਹੋਵੇ ਤੇ ਨਹਿਰ ਵੀ ਹੋਵੇ, ਤਾਂ ਤੁਹਾਨੂੰ ਮਿਲੇਗਾ ਕਿੱਲੇ ਦਾ ਕਿੱਲਾ। ਜੇ ਤੁਸੀਂ ਇਹ ਸੋਚਦੇ ਹੋ ਵੀ ਕੱਲਾ ਜਿਹੜਾ ਹੈ ਨਹਿਰੀ ਪਾਣੀ ਹੋਵੇ, ਬੋਰ ਜ਼ਰੂਰੀ ਨਹੀਂ ਹੈਗਾ, ਫਿਰ ਤੁਹਾਨੂੰ ਦੇ ਦਿਆਂਗੇ ਕਿੱਲੇ ਦੇ 2 ਕਿੱਲੇ। ਤੇ ਜੇ ਤੁਸੀਂ ਆਖਦੇ ਹੋ ਵੀ ਨਹਿਰੀ ਪਾਣੀ ਦੀ ਵੀ ਕੋਈ ਗੱਲ ਨਹੀਂ, ਬੋਰ ਦੀ ਵੀ ਕੋਈ ਗੱਲ ਨਹੀਂ, ਅਸੀਂ ਵੇਖ ਲਾਂਗੇ ਆਪੇ, ਬੋਰ ਦਾ ਕਰ ਲਾਂਗੇ, ਜਾਂ ਆਪਾਂ ਜਿਹੜੀ ਟਿੱਬੇ ਵਾਲੀ ਜ਼ਮੀਨ ਹੈ ਉਹ ਮਿਲ ਜਾਣਗੇ ਕਿੱਲੇ ਦੇ 4। ਚਵਾਨੀਆਂ ਠਿਆਨੀਆਂ ਤੇ ਰੁਪਈਆ ਕੀਤਾ ਸੀ। ਤੇ ਉਦੋਂ ਅਫੜਾ ਤਫੜੀ ਇੰਨੀ ਸੀਗੀ, ਸਾਡੀ ਜ਼ਮੀਨ ਤੇ ਜਿਹੜੀ ਸੀਗੀ ਉਹਨੂੰ ਤਿੱਗਣੀ ਚੌਗਣੀ ਕਰਕੇ ਤੇ ਬਜ਼ੁਰਗਾਂ ਨੂੰ ਦੇਤੀ। ਇੱਧਰ ਹਰਿਆਣੇ ਦਾ ਇੱਕ ਇਲਾਕਾ ਹੈ ਫਤਿਆਬਾਦ, ਉਸ ਸਮੇਂ ਦੇ ਵਿੱਚ ਕੋਈ ਬੋਰ ਨਹੀਂ ਸੀ, ਕੁਛ ਨਹੀਂ, ਸੜਕਾਂ ਵੀ ਨਹੀਂ ਸੀ ਹੁੰਦੀਆਂ। ਤੇ ਬਜ਼ੁਰਗ ਵੇਖਣ ਆਏ ਤੇ ਖਰਬੂਜੇ ਤੇ ਕਕੜੀਆਂ ਤੇ ਰੇਤਾ ਤੇ ਬੋਤੀਆਂ ਤੇ ਬੋਤੇ ਚੱਲਣ। ਉਹ ਕਹਿੰਦੇ ਇਹ ਕਿਹੜੀ ਦੇਤੀ, ਕਿਉਂਕਿ ਪਿੱਛੋਂ ਖੁਸ਼ਹਾਲ ਜ਼ਮੀਨ 'ਚੋਂ ਆਏ ਸੀ। ਮੁੜ ਕੇ ਮਾਈਗ੍ਰੇਟ ਕਰਵਾਈ ਤੇ ਇੱਥੇ ਫਿਰ ਟਵਾਣੇ ਆ ਗਏ, ਫਰੀਦਕੋਟ ਚਲੇ ਗਏ, ਫਰੀਦਕੋਟ ਤੋਂ ਟਵਾਣੇ ਆ ਗਏ। ਚਲੋ ਇਹ ਦੁਨਿਆਵੀ ਸੀ, ਪਰ ਇਹਦਾ ਮੈਂ ਅਰਥ ਕੱਢਦਾ ਵੀ ਜਿਹੜਾ ਮਨਮੁਖ ਹੁੰਦਾ ਹੈ ਨਾ, ਚਾਹੇ ਉਹ ਇਕੱਠ ਕਰ ਵੀ ਲੈਂਦਾ, ਪਰ ਹੁੰਦਾ ਉਹਦੇ ਕੋਲ ਠਿਆਨੀਆਂ ਚਵਾਨੀਆਂ। ਜਿਹੜਾ ਖਾਲਸਾ ਹੁੰਦਾ ਹੈ, ਖਾਲਸਾ ਤਾਂ ਇੱਕ ਹੀ ਕਰੋੜਾਂ ਅਰਬਾਂ ਖਰਬਾਂ ਤੋਂ ਉੱਪਰ ਹੁੰਦਾ ਹੈ। ਸੰਸਾਰ ਦੇ ਵਿੱਚ ਜਾਂ ਆਪਾਂ ਕਹਿ ਦਈਏ ਜਾਂ ਸਿੱਖੀ ਦਾ ਬੂਟਾ ਜਾਂ ਧਰਮ ਦਾ ਬੂਟਾ ਇਕੱਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਲਾਇਆ ਸੀ। ਉਹਨਾਂ 'ਚ ਖਾਸ ਕੀ ਸੀ? ਖਾਸ ਸੀ ਇੱਕ ਤਾਂ ਉਹਨਾਂ ਦੀ ਜੁਗਾਂ ਜੁਗੰਤਰਾਂ ਦੀ ਬੰਦਗੀ, ਪਿੱਛੋਂ ਬੜਾ ਜਪ ਤਪ ਕੀਤਾ ਹੋਇਆ ਸੀਗਾ, ਤੇ ਉਸ ਬੰਦਗੀ ਦੇ ਆਧਾਰ ਤੇ ਆ ਕੇ ਜਦੋਂ ਬੰਦਗੀ ਦੀ ਨਾਮ ਤੇ ਸੱਚ ਦੀ ਉਹਨਾਂ ਨੇ ਗੱਲ ਕੀਤੀ, ਦੁਬਿਧਾਵਾਂ ਨਹੀਂ ਕੀਤੀਆਂ, ਈਰਖਾ ਨਿੰਦਿਆ ਨਹੀਂ ਕੀਤੀ। ਜੋ ਉਹਨਾਂ ਦੇ ਰਸਤੇ ਦੇ ਵਿੱਚ ਰੁਕਾਵਟ ਆਈ, ਰੁਕਾਵਟ ਨੂੰ ਰੁਕਾਵਟ ਤਰ੍ਹਾਂ ਦੱਸਿਆ, ਪਰ ਸੱਚ ਤੇ ਨਾਮ ਦੀ ਜਦੋਂ ਉਹਨਾਂ ਨੇ ਗੱਲ ਕੀਤੀ, ਇੱਕ ਇਕੱਲੇ ਖਾਲਸੇ ਨੇ ਰਾਜ ਪੈਦਾ ਕਰਤਾ। ਕਿੰਨੇ ਜਗਾਏ? 6ਵੇਂ ਪਾਤਸ਼ਾਹ ਨੇ ਯੁੱਧ ਕੀਤੇ, ਯੁੱਧ ਦੀ ਨੀਤੀ ਦਿੱਤੀ, ਮੀਰੀ ਪੀਰੀ ਦੀਆਂ ਕਿਰਪਾਨਾਂ ਦਿੱਤੀਆਂ, ਚੋਲਾ ਦਿੱਤਿਆ, ਘੋੜੇ ਦਿੱਤੇ, ਸ਼ਸਤਰ ਦਿੱਤੇ, ਸ਼ਸਤਰ ਵਿੱਦਿਆ ਦਿੱਤੀ। ਫਿਰ ਉਸੇ ਚੀਜ਼ ਨੂੰ ਹੀ 10ਵੇਂ ਪਾਤਸ਼ਾਹ ਨੇ ਬਹੁਤ ਵੱਡੇ ਲੈਵਲ ਤੇ ਜਾ ਕੇ ਪ੍ਰਗਟ ਕੀਤਾ। ਤੇ ਔਰੰਗਜ਼ੇਬ ਦੇ ਕੋਲ ਠਿਆਨੀਆਂ ਚਵਾਨੀਆਂ ਸੀ, ਭਾਵੇਂ ਭਾਣ ਜਿੰਨਾ ਮਰਜ਼ੀ ਇਕੱਠਾ ਕੀਤੀ ਰੱਖੇ,
ਭਾਣ ਨੂੰ ਤਾਂ ਅੱਜ ਕੱਲ੍ਹ ਅਗਲੇ ਗਿਣਦੇ ਵੀ ਕੋਨੀ, ਆਂਦੇ ਤੋਲ ਲਓ, ਤੋਲ ਕੇ ਹਿਸਾਬ ਲਾ ਲੈਂਦੇ ਨੇ ਵੀ ਕਿੰਨਾ ਕੁ ਹੋਵੇਗਾ। ਰੁਪਈਏ ਜਿਹੜੇ ਨੇ ਨਾ ਤੋਲ ਹੀ ਲੈਂਦੇ ਨੇ ਅਗਲਿਆਂ ਦਾ, ਕੀ ਗਿਣਨਾ ਇਹਨਾਂ ਨੂੰ, ਗਿਣਤੀ 'ਚ ਵੀ ਨਹੀਂ ਆਉਂਦੇ ਅਗਲੇ। ਜੋ ਮਨਮੁਖ ਅਗਿਆਨੀ ਹੈ, ਜਿਹਨੂੰ ਬ੍ਰਹਮ ਦਾ ਸੱਚ ਦਾ ਨਾਮ ਦਾ ਭੇਤ ਨਹੀਂ, ਬੇਸ਼ੱਕ ਉਹ ਜਿੰਨਾ ਮਰਜ਼ੀ ਚਮਕਦਾਰ ਹੈ, ਗਿਆਨੀ ਹੈ, ਗੱਲਾਂ ਬਾਤਾਂ ਕਰਦਾ, ਭਾਣ ਹੀ ਹੈ। ਤੈਨੂੰ ਮੈਂ ਉਹ ਜ਼ਮੀਨ ਦੀ ਗੱਲ ਤਾਂ ਸੁਣਾਈ, ਜ਼ਮੀਨ ਤਾਂ ਜ਼ਮੀਨ ਹੀ ਆ, ਪਰ ਕਹਾਣੀ ਤਾਂ ਵੇਖੀ ਜਾਂਦੀ ਨਾ ਉਹਦੀ ਪੈਦਾਵਾਰ ਕੀ ਹੈ, ਉਹਦੇ ਵਿੱਚ ਸਹੂਲਤਾਂ ਕੀ ਨੇ, ਉਸ ਹਿਸਾਬ ਨਾਲ ਰੇਟ ਬਣਦਾ। ਸੋ ਇਸੇ ਕਰਕੇ ਆਪਣਾ ਰੇਟ ਬਣਨਾ ਦਰਗਾਹ ਦੇ ਵਿੱਚ ਜਦੋਂ ਆਪਾਂ ਬਿਲਕੁਲ ਸਾਫ਼ ਹੋਵਾਂਗੇ, ਅਤੀਤ ਹੋਵਾਂਗੇ। ਕੱਲਾ ਆਪਾਂ ਇਹ ਨਾ ਕਹੀਏ ਵੀ 10-10 ਘੰਟੇ ਜਪ ਕੇ ਵੀ ਦਰਗਾਹ ਵਿੱਚ ਜਗ੍ਹਾ ਮਿਲ ਜਾਂਦੀ ਹੈ, ਪਰ ਗੁਣ ਤਾਂ ਹੋਣੇ ਚਾਹੀਦੇ ਆ ਨਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ, ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸਰ। ਜਪ ਤਪ ਸੇਵਾ ਸੰਜਮ, ਸਾਧੂਆਂ ਦੀ ਸੇਵਾ, ਮਾਲਕ ਦੀ ਸੇਵਾ, ਨਮਰਤਾ, ਸਹਿਣਸ਼ੀਲਤਾ, ਇੱਕ ਦੂਜੇ ਦੀ ਨੀਰਖਾ ਨਿੰਦਿਆ ਹੰਕਾਰ ਤੋਂ ਉੱਪਰ ਉੱਠ ਕੇ ਜਦੋਂ ਅਸੀਂ ਪਿਆਰ ਦੀ ਨਿਗਾਹ ਦੇ ਵਿੱਚ ਆ ਕੇ ਨਾਮ ਜਪਦੇ ਹਾਂ, ਸੱਚ ਦੀ ਸੇਵਾ ਕਰਦੇ ਹਾਂ, ਫਿਰ ਸਾਨੂੰ ਮਹਾਰਾਜ ਕਬੂਲ ਕਰਦੇ। ਉਵੇਂ ਤਾਂ ਜੋਗੀਆਂ ਨੇ ਬੜਾ ਜਪ ਤਪ ਕੀਤਾ ਸੀਗਾ, ਤੁਸੀਂ ਸੁਣਦੇ ਹੀ ਹੋ ਨਾ ਇਤਿਹਾਸ ਦੇ ਵਿੱਚ, ਆਸਣ ਲਾ ਲਾ ਕੇ ਬੈਠੇ ਰਹੇ, ਘਰਾਂ ਨੂੰ ਵੀ ਛੱਡ ਗਏ, ਖਾਣਾ ਪੀਣਾ ਵੀ ਛੱਡ ਦਿੱਤਾ, ਸਵਾਸ ਉਲਟਾ ਲਏ, ਦਸਮ ਉਹ ਸੁੰਨ ਦੇ ਵਿੱਚ ਸਵਾਸ ਚੜਾਤੇ, ਕੋਈ ਸਿੱਧ ਬਣ ਗਿਆ, ਕੋਈ ਅਗਨ ਦੇ ਵਿੱਚ ਬੈਠਾ ਰਿਹਾ, ਕੋਈ ਪਾਣੀ ਦੇ ਵਿੱਚ ਖੜਾ ਰਿਹਾ। ਜਪ ਤਪ ਤਾਂ ਕੀਤਾ ਪਰ ਗੁਣ ਨਹੀਂ ਆਏ, ਮਨ ਨੇ ਗੁਣ ਧਾਰਨ ਨਹੀਂ ਕੀਤੇ। ਕਿਉਂ? ਕਿਉਂਕਿ ਅੱਗੋਂ ਰਤਨ ਮਿਲਿਆ ਹੀ ਨਹੀਂਗਾ ਜਿਹਦੇ ਵਿੱਚ ਧਿਆਨ ਲੱਗਣ ਤੇ ਗੁਣ ਪੈਦਾ ਹੁੰਦੇ। ਸੋ ਗੁਰੂ ਨਾਨਕ ਦੇ ਘਰ ਨੇ ਜਿਹੜਾ ਖਜ਼ਾਨਾ ਪ੍ਰਗਟ ਕੀਤਾ ਹੈ, ਉਹ ਇਹਨਾਂ ਨੇ ਧਿਆਨ ਦੇ ਵਿੱਚ ਮਨ ਦਾ ਜਿਹੜਾ ਧਿਆਨ ਹੀ ਬਦਲ ਦਿੱਤਾ ਹੈ। ਮਨ ਦਾ ਧਿਆਨ ਭਾਵ ਕਿ ਤ੍ਰੈ ਗੁਣ ਦੇ ਵਿੱਚ ਜਿਹੜਾ ਇਸ ਸਰੀਰ, ਇਸ 9 ਦਰਵਾਜ਼ਿਆਂ 'ਚ ਜਿਹੜਾ ਧਿਆਨ ਲੱਗਾ ਸੀ, ਇੱਥੋਂ ਉਲਟਾ ਕੇ ਰਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਚੌਥੇ ਪਦ ਦੇ ਵਿੱਚ ਲੈ ਗਏ ਪਰਮ ਪਦ, ਉੱਥੋਂ ਪ੍ਰਾਪਤੀ ਹੋ। ਰਜੋ ਤਮੋ ਸਤੋ ਗੁਣ ਦੇ ਵਿੱਚੋਂ ਭਾਵ ਆਸ਼ਾ ਬਲਾਸ਼ਾ ਤ੍ਰਿਸ਼ਨਾਵਾਂ ਸੰਸੇ ਫੁਰਨੇ ਵਿਕਾਰਾਂ 'ਚ ਧਿਆਨ ਬਦਲੀ ਕਰਤਾ। ਉਹ ਕਿਵੇਂ ਕੀਤਾ? ਅਖਰੀ ਨਾਮ, ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਬਖਾਣ। ਅੱਖਰਾਂ ਦਾ ਨਾਮ ਦਿੱਤਾ, ਅੱਖਰਾਂ ਦੁਆਰਾ ਸਲਾਹੁਣਾ ਦਿੱਤੀ, ਭਾਵ ਵਾਹਿਗੁਰੂ ਸ਼ਬਦ, ਅੱਖਰਾਂ ਦੇ ਵਿੱਚ ਗਿਆਨ। ਜਦੋਂ ਵਾਹਿਗੁਰੂ ਸ਼ਬਦ ਦਾ, ਅਕਾਲ ਪੁਰਖ ਦਾ, ਬ੍ਰਹਮ ਦੀ ਕਹਾਣੀ ਸਮਝਾਈ ਅੱਖਰਾਂ ਦੁਆਰਾ, ਵਾਹਿਗੁਰੂ ਸ਼ਬਦ ਦਾ ਅਭਿਆਸ ਕਰਵਾ ਕੇ ਦੁਨਿਆਵੀ ਵਿਚਾਰਾਂ ਦੇ ਵਿੱਚੋਂ ਮੋੜ ਦਿੱਤਾ। ਜਦੋਂ ਧੁਨ ਦੇ ਵਿੱਚ ਧਿਆਨ ਧਰ ਕੇ ਅਸੀਂ ਅਭਿਆਸ ਕਰਦੇ ਹਾਂ ਗੁਰਮੰਤਰ ਦਾ, ਦੂਸਰੇ ਸਾਰੇ ਵਿਚਾਰਾਂ ਦੇ ਵਿੱਚੋਂ ਸਾਡਾ ਧਿਆਨ ਹਟ ਜਾਂਦਾ ਹੈ, ਇੱਕੋ ਹੀ ਵਿਚਾਰ ਰਹਿ ਜਾਂਦਾ ਹੈ, ਅਖਰੀ ਨਾਮ, ਅਖਰੀ ਸਲਾਹ। ਵਾਹਿਗੁਰੂ 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 ਵਾਹਿਗੁਰੂ, ਇੱਕ ਹੀ ਸ਼ਬਦ ਦੇ ਵਿੱਚ ਧਿਆਨ ਆ ਗਿਆ, ਬਾਕੀ ਸਾਰੇ ਵਿਚਾਰ ਖਤਮ ਹੋ ਗਏ। ਇਹ ਸ਼ਬਦ ਕੀ ਹੈ? ਇਹ ਭਗਤਾਂ ਨੇ ਪਿਆਰ ਦੇ ਨਾਲ ਅਕਾਲ ਪੁਰਖ ਦਾ ਨਾਮ ਰੱਖਿਆ। ਜਦੋਂ ਇਸ ਨਾਮ ਵਿੱਚ ਆ ਗਏ, ਇਹ ਪਵਨ ਦੇ ਸ਼ਬਦ 'ਚ ਆ ਗਏ, ਫਿਰ ਹੌਲੀ ਹੌਲੀ ਜਿਵੇਂ ਸਹਿਜ ਬਣਦੀ ਹੈ, ਸ਼ਬਦ ਵੀ ਸਹਿਜ ਵਿੱਚ ਜਾਂਦਾ ਜਾਂਦਾ। ਕਿਉਂਕਿ ਮਨ ਤੇ ਤਨ ਦੋਨੋਂ ਅਲੱਗ-ਅਲੱਗ ਨੇ। ਜਿਵੇਂ ਵਿਚਾਰ ਰੁਕਣਗੇ, ਮਨ ਜਿਹੜਾ ਉਹ ਸਹਿਜ ਵਿੱਚ ਜਾਂਦਾ ਜਾਊਗਾ, ਮਨ ਸਹਿਜ ਜਾਊਗਾ, ਤਨ ਆਪਣੇ ਆਪ ਡਿੱਗਣਾ ਸ਼ੁਰੂ ਹੋ ਜਾਏਗਾ। ਉਹ ਜਦੋਂ ਵਿਚਾਰ ਖਤਮ ਹੋ ਗਏ, ਸਿਰਫ ਸਵਾਸ ਮਹਿਸੂਸ ਹੁੰਦਾ ਹੈ ਤੇ ਸਾਡੀ ਸੁਰਤੀ ਜਿਹੜੀ ਹੈ ਸਵਾਸ ਦਾ ਪਿੱਛਾ ਕਰਦੀ ਹੈ। ਸਵਾਸ ਵਿੱਚ ਜਦੋਂ ਧਿਆਨ ਲੱਗਦਾ ਹੈ, ਸਹਿਜ ਸਵਾਸ ਮਹਿਸੂਸ ਹੁੰਦਾ
कुछ गुरमुख कहते सानू धड़कन महसूस हो रही है, धड़कन महसूस होंदी होंदी मन सुन विच चला गया। उतों फिर अगला खेल शुरू होंदा है। त्रै गुणां विचों ध्यान अतीत होया, चौथे पद सुन विच विचारां तो रहत अवस्था विच बेगम विच चला गया। उतों फिर जिहड़ा नाम का निधान, उत्थे कोई भाषा नहीं, कोई पंजाबी हिंदी इंग्लिश नहीं, उथे अनाहद नाद चलदा है। सुन समाद अनहत तहनाद, कहण ना जाइए चरज बिस्माद। रूप ना रेख अनाहद वाजै, शब्द निरंजन किया। कोई उनका रूप नहीं, भाव के जिहड़ा शब्द आ उहदा रूप नहीं हैगा कि वह मनुख है, बच्चा है, बजुर्ग है, काला है, नीला पीला। रूप ना रेख, रेख भाव लिखिया नहीं जा सकता, पढ़िया नहीं जा सकता। रूप ना रेख अनाहद वाजै, शब्द निरंजन किया। ये कहते शब्द मालक ने आप निरंजन ने बनाया। वो शब्द दे विच जदों सुरती जुड़ती है, त्रैगुण की भाषा असीं भुल जाने। वो चौथे पद की बाणी दे विच वो शब्द फिर जिहड़ा जोत मंत्र मन अस्थिर करै, कहो कबीर सो प्राणी तरह, वो प्राणी तर जाता है। जोत दे विच जाके वो मंत्र प्रगट होता है। हुण तुसीं गुरमुख, कोई कल्ली मेरी तो कहानी नहीं, ये गुरु नानक के घर की कहानी है। साधुआं ने प्रैक्टिकल सिखाए। हुण किन्ने अनेकां गुरमुख इस प्रैक्टिकल नूं करके देखो, सवाल जवाब हुण गुरमुख नैट ते भी पाउण लग गए आ। किन्ने आपदी अवस्था दसदे आ। आपां भी इत्थे विचारा करदे आ, आउने हो तुसीं, कोई अनहद शब्दां ते आ, कोई अमृत रस विच आ, कोई किवें किन्नियां कुछ जीव अजे रुकावटां विच चलदे पए आ। रस्ता तो शुरू हो गया। सो जदों चौथे पद दे विच प्रकाश हो गया, फिर वो पछाण होई, नाम नूं सुण के उहदी पछाण होई। जिवें फिर साडी सुरती दा उहदे नाल प्यार पै जांदा है। फिर जिवें मान लो आपां ABC सिखणी आ, 1 2 3 4 सिखणे आ, जां गुणा घटा सिखणे आ, पहला जिहड़ा जोर लगदा जदों असीं सिख जांदे आ, फिर सानूं उन्हां जोर लाउण दी लोड़ नहीं। जदों असीं प्रकाश साधुआं दी संगत दे विच ज्ञान द्वारा, ध्यान द्वारा उस प्रकाश नाम का असीं भेत लै लैंदे आ, फिर साडी जदों सुरती प्रपक्ष हो जाती है, सानूं ध्यान दे विच पता लग जाता है। उस तो बाद तो सिर्फ असीं साडा ध्यान ही इन्ना प्रपक्ष हो जाता है कि सानूं फिर बाहलियां विधियां जुगतियां लाउण दी लोड़ नहीं, ज्ञान ध्यान की लोड़ नहीं, बस नज़रां दा खेल रह जाता है। लोयण देख रहे विसमादी, चित अदृष्ट लगाए। लोयण हर वक्त अखां विसमाद नूं देखदियां रहिंदियां ते चित जिहड़ा साडा अदृष्ट विच लगा रहिंदा है। अदृष्ट सदा रहे निरालम ज्योति ज्योत समाई। वो निरालम है, निराला है, त्रिगुणा तो अतीत है, ते जोत दे विच जोत समाई रहिंदी। वो फिर नज़रां दा ही खेल रह जाता है भी जिधर तुहाडीआं नज़रां ने, जिधर तुहाडा ध्यान है, उसे नूं सर्वश्रेष्ठ मन्निया जाता है। उत्थे फिर सानूं आज़ाद विवेकता ते समर्था मिलदी। सो इस अवस्था दे विच जदों असीं त्रै गुणां नूं छड्डांगे, साडे विच गुण आउणगे, फिर असीं जो कोई दुनियावी जीव राज मंगदा पिया है, कोई जात का गुमान करता पिया है, कोई गुरबाणी गुरु नूं समझण ना करके इन्हां नूं ही जातां पातां विच मंदिरां गुरुद्वारिਆਂ नूं वंडी जा रहा है। जातां दे नाम ते गुरुद्वारे बनते पे ने, मंदिर बनते पे ने, आपसी साडा भेदभाव नहीं खत्म हुंदा पिया। रजोगुणी तमोगुणी होमे तो हुंदी है, जेकर नाम जपण लग जाइए सतोगुणी होमे आ जाती है। मैनूं ज्ञान ज़्यादा है, मेरा सिमरन ज़्यादा है, मेरी अवस्था ज़्यादा है। जिहड़ी ये साडी मैं नहीं टुटदी पई, ये मैं नूं तोड़न दे लई उस अवस्था 'च ध्यान लाओ जिथे मैं है ही नहीं, उत्थे तू है। जदों सामने जोत नाद है, वो आपां तां वजा नहीं रहे, वो तू दी अवस्था विच जिथे ध्यान लगदा है, वो नाद दे विच इन्नी पावर है, उच्चा सुच्चा त्रैगुण तो अतीत है, साडे मन 'च वो गुण पैदा कर दिंदा है, जिन्हां दे गुणां दे आधार ते सानूं दरगाह विच जगह मिल जाती है। ते दरगाह विच जगह बनती है, दरगाह साडे सामने आ। ते जदों साडा ध्यान एक दृष्ट करके असीं इस प्रकाश दे विच, इस सामने चमकदे नूर दे विच, आ सामने खाली खला दे विच इन्हां विचारां तो, विकारां तो अतीत होके उस नाद शब्द दे विच लग जांदा है,
उत्थे दरगाह 'च जगह बन जाती है। दरगाह की पछाण हो गई, जगह बन गई। जे पछाण नहीं हुई तो महाराज तो इत्थों तक भी कहते पुन दान जो बीजदे सब धर्मराज के जाही। कल्ले पुन्ना दाना जो गई है तो कहते धर्मराज दे ही जाना, क्योंकि कहते हौं विच खट्टिया हौं विच गया। जिहड़ा हौमे विच भाव के नाम की पछाण ना होवे, नाम ते हौमे दो अवस्था ने, ते जे नाम की निधान की पछाण नहीं ते जे हौमे दे विच कहते कुछ खट भी लईए तो हौमे विच ही खत्म हो जाता है। हौमा बहुत माड़ी चीज़ है। ते हौमा खत्म होनी आ मालक दे दर ते जाके उस शब्द दे विच बैठ के, जदों उत्थों अमृत रस आउंदा है उस शब्द नूं सुन सुन के इस दर दे उपर साडे नेत्र मिलते ने। ये दोनों नेत्रां तो साडी जो ध्यान निकल के तीजा नेत्र जदों बनदा है, एक दृष्ट असीं हुंदे आ, उत्थे साडी हौमे खत्म हुंदी है। साडे अंदरला मालक प्रगट होण लग जांदा है। हुण जे मुख दी गल करिए, हुण साडे विच साडे जिहड़ा अंदर शैतान है, शैतान वो पंज, वो काल, वो साडे अंदर प्रगट आ। ते जदों साडा आपा ये पंज, ये शैतान, ये काल शब्द के जाप नाल, साधुआं दे संग नाल, रोह दे नाल, विवेक ज्ञान दे नाल हौली हौली ये खत्म हुंदा जांदा है, ते साडे अंदर दा जिहड़ा नाम ते वो अकाल पुरख प्रगट हुंदा जांदा है। आत्म राम प्रगट हुंदा जांदा, जिन्हों कहंदे ने हौमे नावे नाल विरोध है, दोए ना वसाए कठाए। हौमे दा नाम नाल विरोध आ, जे नाम नूं वसाओगे हौमे अपने आप भज जांदी आ। ये एंटी आ दूसरे दे, इन्हां दा विरोध है। सो इस करके गुरु प्यारिओ, आपां नाम सच दी उस्तत करिए, शब्द दा वधो वध जाप करिए, अकाल पुरख च ध्यान धर के गुरमत मुताबक और शब्द का अभ्यास करके सहज विच आसन जरूर लाउणा। जे सहज तुसीं आसन नहीं लाउंदे, अंदर दी खोज नहीं करते, कल्ला ही जाप करी जाने आ, वो भी एक अधूरा रस्ता है। जाप करो पर उहदे तो बाद खोज भी करो, अंतरगत आसन लगाओ। नाद दे विच नाद नहीं चलदा, सुन च लगाओ। सुन विच बैठोगे तो अंदर दी बाणी सुनेगी, अंदरला रस आएगा। सुन विच बैठोगे तो अगली जोत का खेल प्रगट होएगा ना। जो अंतरगत जिन्नी देर तक 9 दरवाजियां नूं रिलैक्स करके नहीं बैठते, खेल नहीं चलता है। इस करके प्रैक्टिकल जरूर करना। सो इन्ने बचन करदे हैं, कोखर वाधा घाटा होया होवे, संगत ते गुरु बख्शण योग ने बख्श देना जी। आखो लो जी। हाँ जी। वाहिगुरू जी का खालसा, वाहिगुरू जी की फतेह।